ਧੰਨ ਵਾਹਿਗੁਰੂ ਸਾਹਿਬ ਜੀਓ। ਜੋ ਤਉ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰਿਜੈ, ਸਿਰ ਦੀਜੈ ਕਨ ਨਾ ਕੀਜੈ। ਇਤ ਮਾਰਗ ਪੈਰ ਧਰਿਜੈ, ਸਿਰ ਦੀਜੈ ਕਨ ਨਾ ਕੀਜੈ। परम सत्कारयोग चबर छतर तखत दे मालक साहिब सतगुरु धन धन श्री गुरु ग्रंथ साहिब महाराज सच्चे पातशाह जी की पावन पवित्र हजूरी दे अंदर जुड़ बैठे सत्कारयोग सतसंगी जनों, सतगुरां ने साडे उत्ते अपार किरपा बख्शिश की है। सतगुरु जी के पावन दर उपर जुड़ बैठ के जिथे आपां उन्हां महान योधियां नूं, उन्हां महान बाबियां नूं याद कर रहे हैं जो साके कौम दे विच वरते हैं। उस साकियां दे विच की कुछ घटनावां घटियां ने, की कुछ ऐसा होया है जिसदे नाल कौम वो इतिहास सिरज गई है जिहड़ा रहिंदी दुनिया तक याद किया जाएगा। सतगुरु धन गुरु गोबिंद सिंह सच्चे पातशाह जी के लगते जिगर चार साहिबजादे अनेका सिंह इन्हां दिनां दौरान शहादत दा जाम पी गए ने। उन्हां कुर्बानियां नूं, उन्हां दीयां शहादतां नूं, उन्हां दे पाए होए पूरनियां नूं आपां इतिहास की लड़ी दे राही साझा कर रहे हैं। 6-7 पोह की रात नूं आनंदपुर साहिब का किला छड्डिया है। इसदियां विचारां आपां कल दे दीवानां दे विच साझीआं कीतीआं सी। आओ अज दीआं इन्हां विचारां की आरंभता तो पहला जितनी संगत गुरु द्वार अंदर जुड़ बैठी है अपनी रसना पवित्र करदियां होइयां फतेह प्रवान करो जी। आपको वाहिगुरू जी का खालसा, वाहिगुरू जी की फतेह। बुल्ले शाह ने बोल बोले हैं, वो आखदा है ना कहूं अब की, ना कहूं तब की, अगर ना होते गुरु गोबिंद सिंह तो सुन्नत होती सबकी। ऐसे महान सतगुरु धन कलगीधर पिता गुरु गोबिंद सिंह सच्चे पातशाह जी ने अपना सारा सरबंस, सारा परिवार इन्हां दिनां दौरान जिहड़ा है कौम को उपर वार दिता है। जिथे सतगुरु सच्चे पातशाह जी ने आनंदपुर साहिब के उस किले को छड्डिया है, विਉਂਤਬੰਦੀ तैयार की है कि 6-7 पोह की रात नूं इस आनंदपुर साहिब के इस इलाके को छड्ड के इतों चले जाना है। अगला ठिकाना पता नहीं है किस जगह उत्ते जाना है। उत्थों दे सतगुरु जी इस विਉਂਤਬੰਦੀ नूं तैयार करके 6 दी शाम तक जिहड़ा है वो सारे सिंघां नूं, सारे उन्हां किलियां तो बुला लेंदे ने कि तुसीं आनंदगढ़ साहिब के किले उपर सारे सिख पहुंचो।
ਤੇ ਉੱਥੇ ਜਾ ਪਹੁੰਚ ਕੇ ਸਤਿਗੁਰੂ ਜੀ ਤਿਆਰੀ ਕਰਦੇ। ਇਸ ਤੋਂ ਬਾਅਦ ਸਤਿਗੁਰੂ ਜੀ ਗੁਰਦੁਆਰਾ ਸੀਸਗੰਜ ਦੇ ਸਥਾਨ ਹੈ ਅਨੰਦਪੁਰ ਸਾਹਿਬ ਦੇ ਵਿੱਚ, ਉਸ ਸੀਸਗੰਜ ਦੇ ਸਥਾਨ ਉੱਪਰ ਪਹੁੰਚ ਕੇ ਨਤਮਸਤਕ ਹੁੰਦੇ ਨੇ, ਕਿਉਂਕਿ ਉਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਉੱਤੇ ਸੰਸਕਾਰ ਹੁੰਦਾ। ਜਿੱਥੇ ਅਨੰਦਪੁਰ ਸਾਹਿਬ ਸਤਿਗੁਰੂ ਜੀ ਰਹੇ ਨੇ, ਪਿਤਾ ਪ੍ਰਤੀ ਉਹ ਸਤਿਗੁਰੂ ਜੀ ਦੇ ਉਸ ਦਰ ਉੱਪਰ ਜਾ ਕੇ ਨਤਮਸਤਕ ਹੁੰਦੇ ਨੇ। 6 ਦੀ ਸ਼ਾਮ ਨੂੰ ਪਹੁੰਚ ਕੇ ਉਹਨਾਂ ਨੇ ਉੱਤੇ ਇਹ ਜਿੱਥੇ ਨਤਮਸਤਕ ਹੋਏ ਉੱਥੇ ਅਰਦਾਸ ਬੇਨਤੀ ਕਰਕੇ ਤੇ ਉੱਥੋਂ ਦੀ ਜਿਹੜੀ ਸੰਭਾਲ ਸੀ, ਸੇਵਾ ਸੰਭਾਲ ਦੀ ਜਿਹੜੀ ਡਿਊਟੀ ਸੀ, ਉਹ ਸੇਵਾ ਸੀ, ਉਹ ਗੁਰਬਖਸ਼ ਉਦਾਸੀ ਨੂੰ ਜਿਹੜੀ ਸੀ ਉਹ ਸੌਂਪੀ। ਕਈ ਇਤਿਹਾਸਕਾਰਾਂ ਨੇ ਨਾਮ ਜਿਹੜਾ ਹੈ ਗੁਰਬਖਸ਼ ਦਾਸ ਵੀ ਲਿਖਿਆ ਹੈ, ਪਰ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਨਾਮ ਜਿਹੜਾ ਹੈ ਗੁਰਬਖਸ਼ ਉਦਾਸੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਉੱਤੇ ਗੁਰਬਖਸ਼ ਉਦਾਸੀ ਜੀ ਨੂੰ ਇਹ ਸੇਵਾ ਸੰਭਾਲ ਸੌਂਪ ਕੇ ਕਿ ਤੁਸੀਂ ਜਿਹੜਾ ਹੈ ਇਸ ਸਥਾਨ ਦੀ ਹੁਣ ਜਿੱਥੇ ਝਾੜੂ ਦੀ ਪੋਚੇ ਦੀ ਸੇਵਾ ਕਰਨੀ, ਉੱਤੇ ਨਾਲ ਧੂਪ ਬੱਤੀ ਵੀ ਇਸ ਸਥਾਨ ਦੇ ਉੱਤੇ ਤੁਸੀਂ ਜਲਾਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਗੱਲ ਉੱਪਰ ਗੁਰਬਖਸ਼ ਉਦਾਸੀ ਕਹਿੰਦਾ ਸਤਿਗੁਰੂ ਜੀ ਜਿਸ ਸਮੇਂ ਤੁਸੀਂ ਇਸ ਸਥਾਨ ਨੂੰ ਛੱਡ ਕੇ ਜਾਓਗੇ, ਇਹ ਪਹਾੜੀ ਰਾਜੇ ਮੁਗਲ ਫੌਜਾਂ ਜਿਹੜੀਆਂ ਨੇ ਇਸ ਸਥਾਨ ਨੂੰ ਜਿਹੜੀਆਂ ਨੇ ਉਹ ਉਜਾੜ ਦੇਣਗੀਆਂ। ਇਸ ਸਥਾਨ ਨੂੰ ਗੁਰਦੁਆਰਾ ਜਿੱਥੇ ਸੀਸਗੰਜ ਸਾਹਿਬ ਹੈ, ਉਸ ਸਥਾਨ ਨੂੰ, ਇਸ ਅਨੰਦਪੁਰ ਸਾਹਿਬ ਨੂੰ ਉਜਾੜ ਦੇਣਗੀਆਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੋਂ ਜਵਾਬ ਦਿੰਦੇ ਨੇ, ਇਹ ਸਥਾਨ ਉਜੜੇਗਾ ਨਹੀਂ, ਬਲਕਿ ਇਹ ਸਥਾਨ ਸਦਾ ਲਈ ਜਿਹੜਾ ਹੈ ਇਹ ਵਸਦਾ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਉਸ ਸਥਾਨ ਨੂੰ ਛੱਡਿਆ, ਅਨੰਦਪੁਰ ਸਾਹਿਬ ਨੂੰ ਛੱਡਦਿਆਂ ਹੋਇਆਂ ਜਿਸ ਸਮੇਂ ਜਥੇ ਦੇ ਰੂਪ ਦੇ ਅੰਦਰ ਨਿਕਲੇ ਨੇ, 3 ਹਿੱਸਿਆਂ ਦੇ ਵਿੱਚ, ਜਿੱਥੇ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ, ਉਸ ਤੋਂ ਪਿੱਛੇ ਗੁਰੂ ਕੇ ਮਹਿਲ ਜਿਹੜੀ ਹੈ ਉਹ ਬੀਬੀ ਸੁੰਦਰੀ ਜੀ, ਬੀਬੀ ਸਾਹਿਬ ਦੇਵਾ ਜੀ, ਅਤੇ ਉਸ ਤੋਂ ਅਖੀਰ ਦੇ ਵਿੱਚ ਇੱਕ ਜਥਾ ਜਿੱਥੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਜਿਹਨੂੰ ਭਾਈ ਜੱਤਾ ਜੀ ਕਹਿੰਦੇ ਆ, ਤੇ ਉਸ ਤੋਂ ਬਾਅਦ ਨਾਲ ਭਾਈ ਬਚਿੱਤਰ ਸਿੰਘ, ਇਹਨਾਂ ਦਾ ਜਿਹੜਾ ਜਥਾ ਹੈ ਤੇ ਕੁਝ ਸਿੰਘ ਜਿਹੜੇ ਨੇ ਉਹ ਸਭ ਤੋਂ ਅਖੀਰ ਦੇ ਵਿੱਚ ਨੇ। ਹੁਣ ਆਮ ਇਹ ਵੇਖਣ ਨੂੰ ਇਦਾਂ ਲੱਗੇਗਾ ਕਿ ਸਤਿਗੁਰੂ ਜੀ ਨੇ ਜਿਹੜਾ ਹੈ ਸਭ ਤੋਂ ਪਿੱਛੇ ਆਪਣੇ ਬੱਚਿਆਂ ਨੂੰ ਰੱਖ ਦਿੱਤਾ ਹੈ, ਪਰ ਗੌਰ ਕਰਨ ਵਾਲੀ ਗੱਲ ਹੈ, ਜਿੱਥੇ ਸਤਿਗੁਰੂ ਜੀ ਨੇ ਇਸ ਕਾਫਲੇ ਨੂੰ ਤੋੜਿਆ ਹੈ, ਚੇਤਾ ਰੱਖਿਓ ਜਦੋਂ ਇਹ ਕਾਫਲਾ ਤੁਰੇਗਾ, ਜਿੱਥੇ ਸਭ ਤੋਂ ਅਖੀਰ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ ਮੌਜੂਦ ਨੇ ਸਿੰਘਾਂ ਦੇ ਨਾਲ, ਇਹ ਚੇਤਾ ਰੱਖਿਓ ਇਹ ਸਭ ਤੋਂ ਪਹਿਲਾਂ ਹੋ ਜਾਣਗੇ। ਕਿਉਂ? ਕਿਉਂਕਿ ਜਿਹੜਾ ਕੋਈ ਟਿੱਡੀ ਦਲ ਹਮਲਾ ਕਰੇਗਾ, ਮੁਗਲ ਹਕੂਮਤ, ਉਹ ਪਹਾੜੀ ਰਾਜੇ ਹਮਲਾ ਕਰਨਗੇ ਤੇ ਉਹ ਪਿੱਛੇ ਤੋਂ ਹਮਲਾ ਹੋਏਗਾ। ਸਤਿਗੁਰੂ ਜੀ ਦੀ ਸੋਚ ਦੇਖੋ ਬਾ ਕਮਾਲ ਦੀ ਹੈ। ਸਤਿਗੁਰੂ ਜੀ ਨੇ ਇਸ ਸਥਾਨ ਨੂੰ ਛੱਡਿਆ, ਇਸ ਸਥਾਨ ਦੇ ਉੱਤੇ ਜਾਂਦਿਆਂ ਹੋਇਆਂ ਪਿੱਛੇ ਨੂੰ ਮੁੜਦਿਆਂ ਬਾਬਾ ਅਜੀਤ ਸਿੰਘ ਜੀ ਦੇਖ ਰਹੇ। ਬਾਬਾ ਅਜੀਤ ਸਿੰਘ ਜੀ ਨੂੰ ਦੇਖਦਿਆਂ ਭਾਈ ਉਦੈ ਸਿੰਘ ਜੀ ਕਹਿੰਦੇ ਨੇ, ਬਾਬਾ ਅਜੀਤ ਸਿੰਘ ਜੀ ਕੀ ਗੱਲ ਤੁਸੀਂ ਬਾਰ-ਬਾਰ ਪਿੱਛੇ ਨੂੰ ਮੁੜਦੇ ਹੋਏ ਵੇਖ ਰਹੇ ਹੋ? ਤੇ ਭਾਈ ਅਜੀਤ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ, ਇਹ ਉਹ ਸਥਾਨ ਹੈ ਜਿੱਥੇ ਤਕਰੀਬਨ ਮੈਂ ਆਪਣੀ ਜ਼ਿੰਦਗੀ ਦਾ 18 ਸਾਲ ਗੁਜ਼ਾਰਿਆ ਹੈ। ਆਖਦੇ ਨੇ ਇਹ ਅੱਜ ਮੈਂ ਸਥਾਨ ਨੂੰ ਛੱਡ ਕੇ ਜਾ ਰਿਹਾ, ਬਾਰ-ਬਾਰ ਇਹਨੂੰ ਨਿਹਾਰਨ ਦਾ ਦਿਲ ਕਰਦਾ ਹੈ। ਤੇ ਭਾਈ ਉਦੈ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ, ਮਾਹੌਲ ਸ਼ਾਂਤ ਹੋਏਗਾ, ਸਮਾਂ ਲੱਗੇਗਾ ਤੇ ਆਪਾਂ ਫਿਰ ਅਨੰਦਪੁਰ ਸਾਹਿਬ ਪਰਤਾਂਗੇ। ਤੇ ਬਾਬਾ ਅਜੀਤ ਸਿੰਘ ਜੀ ਅੱਗੋਂ ਕਹਿੰਦੇ ਨੇ ਇਹ ਤੇ ਕਰਤਾਰ ਹੀ ਜਾਣਦਾ ਹੈ, ਇਹ ਤੇ ਕਰਤਾਰ ਹੀ ਜਾਣਦਾ ਹੈ ਕਿ ਇੱਥੇ ਵਾਪਸ ਮੁੜਨਾ ਹੈ ਜਾਂ ਨਹੀਂ ਮੁੜਨਾ ਹੈ। ਇੱਕ ਹੋਰ ਗੱਲ ਕਮਾਲ ਦੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਸਥਾਨ ਦੇ ਉੱਪਰ ਗਏ ਨੇ ਜਾਂ ਜਿਸ ਸਥਾਨ ਤੋਂ ਸਤਿਗੁਰੂ ਜੀ ਨਿਕਲੇ ਨੇ, ਉਸ ਸਥਾਨ ਦੇ ਉੱਤੇ ਕਦੀ ਵਾਪਸ ਨਹੀਂ ਮੁੜੇ।
ਅਸੀਂ ਇਤਿਹਾਸ ਦੀਆਂ ਉਹਨਾਂ ਤਰੀਕਾਂ ਨੂੰ, ਉਹਨਾਂ ਇਤਿਹਾਸ ਦੇ ਉਹਨਾਂ ਨੁਕਤਿਆਂ ਨੂੰ ਜਦੋਂ ਸਮਝਦੇ ਹਾਂ ਤੇ ਪਤਾ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਪਟਨਾ ਸਾਹਿਬ ਨੂੰ ਛੱਡਿਆ। ਵਾਪਸ ਜ਼ਿੰਦਗੀ ਦੇ ਵਿੱਚ ਕਦੀ ਉਹ ਦੁਬਾਰਾ ਪਟਨਾ ਸਾਹਿਬ ਨਹੀਂ ਪਹੁੰਚੇ। जिस समय आनंदपुर साहब को छड्डिया वापस कभी आनंदपुर साहब नहीं पड़ते। उस तो बाद जो सतगुरु जी ने दमदमा साहब में ठिकाना किया ते जो दमदमा साहब तो निकले ने ते वापस उठे भी नहीं पड़ते। उस तो बाद सतगुरु जी नंदेड़ पहुंचे सन ते जिथे जाके सतगुरु 1708 दे विच ज्योति जोत समा गए। हुण इन्हां 42 साल की उम्र दे विच सतगुरु जी ने तकरीबन अपनी जिंदगी का 3/3 हिस्सा लगभग 31-32 साल का समा आनंदपुर साहब गुजारिया सी। वो कण कण वो जगह जगह सतगुरु जी चरण की शोभ प्राप्त सी। पर सतगुरु जी ने जिस समय इस इलाके आनंदपुर साहब को छड्डिया कीरतपुर अपने उन्हां बुजुर्गां दे स्थान दे उत्ते नतमस्तक होके अगे पहुंचे ने। 6-7 दी पो दी रात नूं छड्ड के 7 को अमृत वेले दा जिहड़ा है उस समा होया है। जोगी अल्लाहकार जिहड़ा है वो ये गल कहता है, वो आखदा है सतगुरु जी जिस समय इस स्थान दे ऊपर पहुंचे ते अमृत वेला हो गया सी। उधरों हमलावर मुगल हुकूमत पहाड़ी राजियां दी फौजां जिहड़ियां सन वो पिछों हमला कर रही ने। आखदे ने जिस समय योगी अल्लाह याद का ये गल कहता है अपनी लिखत दे विच गंज शहीदां दे विच वो आखदा है इशनान करके और बदल आखन लगा इशनान करके और बदल के नया लिबास। सतगुरु जी ने की कीता इशनान कर कीता ते अपना लिबास जिहड़ा सी वो बदलिया। इशनान करके और बदल के नया लिबास वाहिगुरु का नाम जपे और करे सपास। आखदे ने सतगुरु जी ने अपने उन्हां सिंघां नूं आखिया आखदे ने अमृत वेला हो गया है। हुण आपां इत्थे जिहड़ा है नितनेम दी बाणियां दे नाल जुड़ना है, आसा दे वार दे कीर्तन करने ने। कितना वो समा है आखदे ने वो अल्लाह याद कहता है वाहिगुरु का नाम जपे और करे सपास। जप जी का जाप इस घड़ी करना जरूर था, पढ़ के ग्रंथ और बढ़ाना जरूर था। आखदे ने इस समय के उत्ते जिते जप जी का पाठ करना है, जाप का पाठ करना है, उत्ते नाल ही आखदे ने गुरु ग्रंथ साहिब महाराज ਨੂੰ पढ़ के अपने अंदर ਜਿਹੜੀ ਹੈ ਉਸ ਵਾਹਿਗੁਰੂ ਦੀ ਤਾਕਤ ਨੂੰ ਲੈ ਕੇ ਆਉਣਾ। ਉਹ ਸਮਾਂ ਜਿੱਥੇ ਵੈਰੀ ਦਲ ਨੇ ਹਮਲਾ ਕੀਤਾ सतगुरु जी ने श्रद्धे के नाल उत्ते इतिहास कहता है आस्था दी वार दा खुद कीर्तन किया। उस अकाल पुरख की याद दे विच जुड़े। उधर शाही बीबी दे उत्ते हमलावरां ने हमला कर दिता जिथे भाई उदय सिंह जिहड़ा सी वो उत्थे इस स्थान दे उत्ते जिहड़ा सी उस शाही बीबी दे उत्ते उन्हां हमलावरां दे नाल दुहा लैंदे शहादत दा जाम पी गए। हुण कई इतिहासकारां ने यह गल लिखी है कि 3 घंटे भाई उदय सिंह ने वैरी दल का मुकाबला किया। कई इतिहासकारां ने 5 घंटे लिखिया। कोई सौखी गल नहीं, भावें 3 ले लो भावें 5 ले लो, कोई घट नहीं है। 3 घंटे लगातार जिहड़ा है वो उस हमलावरां को रोक के रखना ते उन्हां फौजां दा मुकाबला करना। अगर भाई उदय सिंह के जीवन की आपां झात मारीए थोड़ी जी तो ये भाई मणि सिंह के पुत्र सन। भाई मणि सिंह जी के 11 पुत्रां दे विचों जिथे ये पुत्र भाई बचिंदर सिंह, भाई उदय सिंह, भाई अजब सिंह, भाई अजैब सिंह ते भाई अनिक सिंह, ये 5 पुत्र जिहड़े सन इस चमकौर की जंग के दौरान या इस समय के दौरान शहीदियां पा के गए सन। ये 5 पुत्र भाई बचिंदर सिंह, भाई उदय सिंह, भाई अजब सिंह, भाई अजैब सिंह ते भाई अनिक सिंह ते नाल ही भाई मणि सिंह जी के 2 भरा भाई दान सिंह ते भाई मान सिंह भी इस दौरान शहीदियां पा के गए सन। देखो इतिहास बड़ा कमाल दा है।
ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਗੁਰੂ ਘਰ ਦੇ ਪ੍ਰਤੀ ਉਹਨਾਂ ਦੇ ਲਗਭਗ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ 41 ਤੋਂ 42 ਜਿਹੜੇ ਜੀ ਨੇ ਉਹ ਗੁਰੂ ਘਰ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਗਏ ਨੇ। ਅੱਗੋਂ ਪੁੱਤਰ ਭਰਾ ਤੇ ਹੋਰ ਜਿੱਥੇ ਉਹਨਾਂ ਨੇ ਆਪ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਉਦੈ ਸਿੰਘ ਦਾ ਜਦੋਂ ਜੀਵਨ ਦੀ ਆਪਾਂ ਘਟਨਾ ਪੜ੍ਹਦੇ ਹਾਂ ਤੇ ਇਸ ਭਾਈ ਉਦੈ ਸਿੰਘ ਨੇ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਤੇ ਸਿਰ ਵੱਢ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਇਹਨੇ ਭੇਟਾ ਕੀਤਾ ਸੀ, ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਸੀ ਇੱਕ ਰਾਜਾ ਕੇਸਰੀ ਚੰਦ ਨੂੰ ਸ਼ਰਮ ਰਿਹਾ ਸੀ। ਇੱਥੋਂ ਤੱਕ ਵੀ ਇਹਨਾਂ ਦੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਇਕੱਲੇ ਸ਼ਿਕਾਰ ਕਰਨ ਗਏ ਤੇ ਸ਼ੇਰ ਦਾ ਸ਼ਿਕਾਰ ਕਰਕੇ ਭਾਈ ਉਦੈ ਸਿੰਘ ਨੂੰ ਖਲ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭੇਟਾ ਕੀਤੀ ਸੀ। ਹੁਣ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਭਾਈ ਉਦੈ ਸਿੰਘ ਦਾ ਜਿਹੜਾ ਸੀ ਜੀਵਨ ਕਿੱਦਾਂ ਦਾ ਸੀ। ਭਾਈ ਬਚਿੱਤਰ ਸਿੰਘ ਦੇ ਜੀਵਨ ਦੀ ਆਪਾਂ ਅਨੰਦਪੁਰ ਸਾਹਿਬ ਦੀ ਘਟਨਾ ਪੜ੍ਹਦੇ ਹਾਂ, ਜਿਸ ਸਮੇਂ ਮੁਗਲ ਹਕੂਮਤ ਨੇ ਲੋਹਗੜ੍ਹ ਦਾ ਉਸ ਕਿਲੇ ਨੂੰ ਤੋੜਨ ਦੇ ਲਈ ਜਿਹੜਾ ਸੀ ਉਹਨਾਂ ਨੇ ਸ਼ਰਾਬ ਪਿਲਾ ਕੇ ਉਸ ਹਾਥੀ ਨੂੰ ਭੇਜਿਆ ਸੀ ਤੇ ਭਾਈ ਬਚਿੱਤਰ ਸਿੰਘ ਉਸ ਸਮੇਂ ਦੁਨੀ ਚੰਦ, ਜਿਸ ਸਮੇਂ ਸਤਿਗੁਰੂ ਜੀ ਨੇ ਆਖਿਆ ਸਾਡਾ ਹਾਥੀ ਇਹ ਹੈ ਤੇ ਉਸ ਸਮੇਂ ਇਹ ਦੁਨੀ ਚੰਦ ਭਜਿਆ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ। ਭਾਵੇਂ ਦੀ ਕੱਦ ਪੱਖੋਂ ਭਾਈ ਬਚਿੱਤਰ ਸਿੰਘ ਕਮਜ਼ੋਰ ਸੀ, ਜਿਹੜਾ ਸੀ ਉਹਨਾਂ ਦਾ ਕੱਦ ਛੋਟਾ ਸੀ, ਪਰ ਜਿਹੜੇ ਉਹਨਾਂ ਦੇ ਅੰਦਰ ਤਾਕਤ ਸੀ, ਜਿਹੜੇ ਅੰਦਰੂਨੀ ਗੁਰੂ ਦੀ ਬਖਸ਼ਿਸ਼ ਸੀ, ਇਤਿਹਾਸ ਕਹਿੰਦਾ ਹੈ ਲਗਭਗ 7 ਤਲੀਆਂ ਜਿਹੜੀਆਂ ਸੀ ਉਹ ਹਾਥੀ ਦੇ ਸਿਰ ਦੇ ਉੱਤੇ ਸਨ ਤੇ ਜਿਸ ਸਮੇਂ ਭਾਈ ਬਚਿੱਤਰ ਸਿੰਘ ਨੇ ਨਾਗਣੀ ਦਾ ਵਰਸ਼ਾ ਮਾਰਿਆ ਸੀ ਤੇ ਉਸ 7 ਦੀਆਂ 7 ਤਲੀਆਂ ਨੂੰ ਚੀਰਦਿਆਂ ਹੋਇਆਂ ਉਸ ਹਾਥੀ ਦੇ ਸਿਰ ਦੇ ਵਿੱਚ ਵੱਜਿਆ ਸੀ। ਇਤੋਂ ਅੰਦਾਜ਼ਾ ਲਗਾ ਸਕਦੇ ਗੁਰੂ ਦੀ ਬਖਸ਼ਿਸ਼ ਆਪਣੇ ਸਿੰਘਾਂ ਦੇ ਉੱਪਰ ਕਿੰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਇਹ ਇਸ ਸਥਾਨ ਦੇ ਉੱਤੇ ਪਹੁੰਚ ਗਈ ਤੇ ਉਸ ਤੋਂ ਬਾਅਦ ਜਦੋਂ ਭਾਈ ਉਦੈ ਸਿੰਘ ਜਿਹੜਾ ਸੀ ਸ਼ਹਾਦਤ ਦਾ ਜਾਮ ਪੀ ਗਏ, ਭਾਈ ਉਦੈ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸੀ ਸਤਿਗੁਰੂ ਜੀ ਇਸ ਸਥਾਨ ਨੂੰ, ਕਿਉਂਕਿ ਕਈ ਇਤਿਹਾਸਕਾਰ ਕਹਿੰਦੇ ਜਿਸ ਸਮੇਂ ਅਨੰਦਪੁਰ ਸਾਹਿਬ ਛੱਡਿਆ, ਕੋਈ ਇਤਿਹਾਸਕਾਰ 500 ਦੀ ਗਿਣਤੀ ਸਿੰਘਾਂ ਦੀ ਦੱਸਦਾ ਹੈ, ਕੋਈ 1500 ਦੀ ਦੱਸਦਾ ਹੈ, ਕੋਈ 1000 ਦੀ ਦੱਸਦਾ ਹੈ, ਪਰ ਸਿੰਘਾਂ ਦੀ ਗਿਣਤੀ ਬਹੁਤ ਸੀ। ਜਿਸ ਸਮੇਂ ਸਰਸਾ ਨੂੰ ਪਾਰ ਕੀਤਾ, ਪਰਿਵਾਰ ਦੇ 3 ਹਿੱਸੇ ਹੋਏ। ਉਸ ਪਰਿਵਾਰ ਦਾ ਇੱਕ ਹਿੱਸਾ, ਕਿਉਂਕਿ ਸਤਿਗੁਰੂ ਜੀ ਪਹਿਲੇ ਲਿਖਤ ਮੁਤਾਬਕ ਉਹਨਾਂ ਨੇ ਚਮਕੌਰ ਦੀ ਗੜੀ ਪਹੁੰਚਣਾ ਸੀ। ਇੱਕ ਤਰੀਕਾ ਇਹ ਜੁਗਤ ਬਣਾਈ ਸੀ ਕਿ ਆਪਾਂ ਸਾਰਿਆਂ ਨੇ ਚਮਕੌਰ ਵਿਖੇ ਇਕੱਠਾ ਹੋਣਾ ਹੈ ਤੇ ਉੱਥੋਂ ਨਿਕਲ ਕੇ ਆਪਾਂ ਅਗਲਾ ਸਥਾਨ ਜਿਹੜਾ ਹੈ ਜਿੱਥੇ ਜਾਣਾ ਸਲਾਹ ਕਰਕੇ ਨਿਕਲਾਂਗੇ। ਪਰ ਸਰਸਾ ਦੇ ਉਸ ਹੜ੍ਹ ਦੇ ਕਰਕੇ ਜਿਹੜਾ ਸੀ, ਕਿਉਂਕਿ ਬਰਸਾਤੀ ਪਾਣੀ ਜਿਹੜਾ ਪਹਾੜਾਂ ਦੇ ਵਿੱਚ ਬਰਸਾਤ ਪਈ ਸੀ, ਇਤਿਹਾਸ ਦੇ ਕੁਝ ਤੱਥ ਕਹਿੰਦੇ ਨੇ ਕਿ ਉਹਦੇ ਕਰਕੇ ਸਰਸਾ ਦੇ ਵਿੱਚ ਹੜ੍ਹ ਆਇਆ ਸੀ, ਜਿੱਥੇ ਬਹੁਤ ਸਾਰਾ ਜਿਹੜਾ ਸੀ ਉਹ ਸਿੱਖ ਇਤਿਹਾਸ ਦੇ ਉਹ ਗ੍ਰੰਥ ਜਿਹਨੂੰ ਵਿਦਿਆ ਸਾਗਰ ਗ੍ਰੰਥ ਕਿਹਾ ਜਾਂਦਾ ਹੈ ਉਹ ਵੀ ਰੁੜਿਆ। ਹੋਰ ਬਹੁਤ ਸਾਰੇ ਜਿਹੜਾ ਸਿੰਘਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਸ ਸਮੇਂ ਸਰਸਾ ਨੂੰ ਪਾਰ ਕੀਤਾ ਤੇ ਪਰਿਵਾਰ ਦੇ ਜਿਹੜਾ ਵਿਛੋੜਾ ਸੀ ਉਹ 3 ਹਿੱਸਿਆਂ ਦੇ ਵਿੱਚ ਹੋਇਆ। 3 ਹਿੱਸਿਆਂ ਦੇ ਵਿੱਚ, ਕਿਉਂਕਿ ਉਧਰ ਵੈਰੀ ਦਲ ਨੂੰ ਜਿੱਥੇ ਭਾਈ ਉਦੈ ਸਿੰਘ ਦੀ ਸ਼ਹੀਦੀ ਹੋਈ, ਉਸ ਤੋਂ ਬਾਅਦ ਰੋਪੜ ਦੇ ਵੱਲੋਂ ਆ ਰਹੀ ਫੌਜ ਨੂੰ ਰੋਕਿਆ ਸੀ ਭਾਈ ਬਚਿੱਤਰ ਸਿੰਘ ਨੇ। ਰੋਪੜ ਦੇ ਵੱਲੋਂ ਆ ਰਹੀ ਫੌਜ ਨੂੰ ਭਾਈ ਬਚਿੱਤਰ ਸਿੰਘ ਨੇ ਰੋਕਿਆ। ਸਤਿਗੁਰੂ ਜੀ ਨੇ ਸਰਸਾ ਨੂੰ ਪਾਰ ਕੀਤਾ। ਸਤਿਗੁਰੂ ਜੀ ਆਪਣੇ ਸਿੰਘਾਂ ਦੇ ਨਾਲ 5 ਪਿਆਰੇ, 2 ਸਾਹਿਬਜ਼ਾਦੇ, ਸਤਿਗੁਰੂ ਜੀ ਆਪ ਤਕਰੀਬਨ 40 ਕੁ ਸਿੰਘ ਹੋ ਗਏ। 43 ਸਤਿਗੁਰੂ ਜੀ ਨੂੰ ਮਿਲਾ ਕੇ 43 ਸਿੰਘਾਂ ਦਾ ਜ਼ਿਕਰ ਹੁੰਦਾ ਹੈ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ। ਖੈਰ ਉਸ ਬੰਨੇ ਜਾਣ ਤੋਂ ਪਹਿਲਾਂ ਆਪਾਂ ਇਸ ਪੱਖੇ ਨੂੰ, ਇਸ ਇਤਿਹਾਸ ਨੂੰ ਥੋੜਾ ਜਿਹਾ ਵਿਚਾਰੀਏ। ਕੁਝ ਘਟਨਾਵਾਂ ਇਸ ਸਥਾਨ ਦੇ ਉੱਪਰ ਵੀ ਹੋਈਆਂ। ਸਤਿਗੁਰੂ ਜੀ ਨੇ ਉਸ ਸਥਾਨ ਤੇ ਜਾਣ ਤੋਂ ਪਹਿਲਾਂ ਟਿਕਾਣਾ ਕੀਤਾ। 7 ਦਿਨ ਕਟਿਆ ਜਿਹੜਾ ਸੀ ਉਹ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਕੱਟਿਆ। ਇਹ ਕੋਟਲਾ ਨਿਹੰਗ ਖਾਂ ਕੌਣ ਹੈ? ਜਦੋਂ ਆਪਾਂ ਇਹਦਾ ਇਤਿਹਾਸ ਪੜ੍ਹਦੇ ਹਾਂ ਤੇ ਇਹ ਜਿਹੜਾ ਸੀ ਇਹ ਸਤਿਗੁਰੂ 6ਵੇਂ ਪਾਤਸ਼ਾਹ ਜੀ ਤੋਂ ਤਕਰੀਬਨ ਇਹ ਪਰਿਵਾਰ ਜਿਹੜਾ ਸੀ ਉਹ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ। ਭਾਈ ਨਿਹੰਗ ਖਾਂ ਜਿਹੜਾ ਜਿਹਨੂੰ ਕੋਟਲਾ ਨਿਹੰਗ ਖਾਂ ਜਿਸ ਸਥਾਨ ਦੇ ਉੱਤੇ ਇਹਨਾਂ ਦੀ ਜਿਹੜੀ ਰਿਹਾਇਸ਼ ਸੀ, ਜਿੱਥੇ ਜਾ ਕੇ ਸਤਿਗੁਰੂ ਜੀ ਨੇ 7 ਦਿਨ ਕੱਟਿਆ ਹੈ। 6-7 ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ
ਸੱਤ ਦੀ ਸਵੇਰ ਸਰਸਾ ਨਦੀ ਤੇ ਸੱਤ ਦੀ ਜਿਹੜੀ ਪੂਰਾ ਦਿਨ ਹੈ ਉਹ ਕੋਟਲਾ ਨਿਹੰਗ ਖਾਂ ਦੇ ਘਰ ਕੱਟੀ ਹੈ। ਹੁਣ ਕੋਟਲਾ ਨਿਹੰਗ ਖਾਂ ਦੇ ਘਰ ਜਦੋਂ ਕੱਟੀ, ਕਿਉਂਕਿ ਕੋਟਲਾ ਨਿਹੰਗ ਖਾਂ ਦੇ ਵਿੱਚ ਸਤਿਗੁਰੂ ਜੀ ਪਹਿਲੀ ਵਾਰ ਨਹੀਂ ਆਏ, ਇਹ ਸਤਿਗੁਰੂ ਜੀ ਤੀਜੀ ਵਾਰ ਜਿਹੜਾ ਹੈ ਇਸ ਸਥਾਨ ਦੇ ਉੱਤੇ ਪਹੁੰਚੇ ਨੇ ਭਾਈ ਨਿਹੰਗ ਖਾਂ ਦੇ ਘਰ। ਹੁਣ ਜਦੋਂ ਆਪਾਂ ਇਤਿਹਾਸ ਦੇ ਹੋਰ ਪੱਖ ਨੂੰ ਫਰੋਲ ਲਗੇ ਆ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੀ ਆਏ ਨੇ ਤੇ ਇਸ ਕੋਟਲਾ ਨਿਹੰਗ ਖਾਂ ਦੇ ਘਰ ਪੁੱਤਰ ਦਾ ਜਿਹੜਾ ਜਨਮ ਹੈ ਆਲਮ ਖਾਂ ਦਾ, ਉਹ ਜਨਮ ਜਿਹੜਾ ਹੈ ਉਹ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਹੋਇਆ ਹੈ। ਦੇਖੋ ਆਪਾਂ ਇਤਿਹਾਸ ਦੇ ਇਹ ਪੱਖ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਵਿਚਾਰਨਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਦੇ ਉੱਤੇ ਟਿਕਾਣਾ ਕੀਤਾ। ਹੁਣ ਸ਼ਾਮ ਦੇ ਵੇਲੇ ਜਦੋਂ ਇੱਕ ਕੁਝ ਸਮਾਂ ਗੁਜ਼ਰਿਆ ਤੇ ਇੱਕ ਸਿੰਘ ਨੇ ਆ ਕੇ ਜਿਹੜਾ ਸੀ ਉਹ ਇੱਕ ਖਬਰ ਦਿੱਤੀ ਕਿ ਜਿੱਥੇ ਰੋਪੜ ਦੀ ਪਾਰ ਆ ਰਹੀ ਉਹਨਾਂ ਮੁਗਲ ਫੌਜ ਨੂੰ ਰੋਕਦਿਆਂ ਹੋਇਆਂ ਭਾਈ ਬਚਿੱਤਰ ਸਿੰਘ ਉਸ ਸਥਾਨ ਦੇ ਉੱਤੇ ਜ਼ਖਮੀ ਹਾਲਤ ਦੇ ਵਿੱਚ ਪਏ ਨੇ। ਹੁਣ ਉਸ ਸਥਾਨ ਦੇ ਉੱਤੇ ਜ਼ਖਮੀ ਹਾਲਤ ਦੇ ਵਿੱਚ ਪਏ ਨੇ। ਹੁਣ ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿ ਦੋ ਸਿੱਖ ਇਸ ਪਿੰਡ ਦੇ ਇਸ ਇਲਾਕੇ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਦੇ ਵਿੱਚ ਇਤਿਹਾਸ ਦੇ ਵਿੱਚ ਨਾਮ ਭਾਈ ਬੱਗਾ ਸਿੰਘ ਤੇ ਭਾਈ ਗੁਰਦਾ ਸਿੰਘ ਨਾਮ ਕਰਕੇ ਆਉਂਦਾ ਹੈ। ਸ਼ਾਇਦ ਇਹਨਾਂ ਦੇ ਵਿੱਚੋਂ ਹੀ ਕਿਸੇ ਇੱਕ ਨੇ ਆ ਕੇ ਖਬਰ ਦਿੱਤੀ। ਹੁਣ ਜਦੋਂ ਸਤਿਗੁਰੂ ਜੀ ਨੂੰ ਇਹ ਖਬਰ ਪਹੁੰਚੀ ਤਾਂ ਸਤਿਗੁਰੂ ਜੀ ਨੇ ਭਾਈ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਬੁੱਢਾ ਸਿੰਘ ਜੀ ਨੂੰ, ਕਿਉਂਕਿ ਉਸ ਸਮੇਂ ਇਹ ਬਾਬਾ ਬੁੱਢਾ ਸਿੰਘ ਜੀ ਦੂਜੇ ਨੇ, ਬਾਬਾ ਬੁੱਢਾ ਸਿੰਘ ਜੀ ਨੂੰ ਤੇ ਕੁਝ ਸਿੰਘਾਂ ਨੂੰ ਨਾਲ ਭੇਜ ਕੇ ਭਾਈ ਬਚਿੱਤਰ ਸਿੰਘ ਨੂੰ ਉਠਵਾਉਣਾ ਸੀ। ਹੁਣ ਦੇਖੋ ਇਹ ਸੌਖੀ ਗੱਲ ਨਹੀਂ ਹੈ, ਇਹ ਸੌਖੀ ਗੱਲ ਨਹੀਂ ਹੈ। ਹੁਣ ਇੰਨੀ ਵੱਡੀ ਉਸ ਮੁਗਲ ਹਕੂਮਤ ਦੇ ਵਿੱਚ ਸਤਿਗੁਰੂ ਜੀ ਆਪਣੇ ਵੱਡੇ ਪੁੱਤਰ ਨੂੰ ਅਗਾ ਤੋੜ ਰਹੇ ਨੇ। ਇਹ ਸੋਚਣ ਵਾਲੀ ਗੱਲ ਹੈ ਕਿ ਸਤਿਗੁਰੂ ਜੀ ਉੱਤੇ ਇਹ ਨਹੀਂ ਕਿਸੇ ਹੋਰ ਦੀ ਡਿਊਟੀ ਲਾਈ ਹੈ। ਬਾਬਾ ਅਜੀਤ ਸਿੰਘ ਜੀ ਨੂੰ ਪਹਿਲੇ ਨੰਬਰ ਦੇ ਉੱਤੇ, ਬਾਬਾ ਬੁੱਢਾ ਸਿੰਘ ਜੀ ਤੇ ਕੁਝ ਹੋਰ ਜਿਹੜੇ ਸਨ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਿੰਘਾਂ ਨੂੰ ਨਾਲ ਲੈ ਕੇ ਭਾਈ ਬਚਿੱਤਰ ਸਿੰਘ ਜੀ ਨੂੰ ਬਾਬਾ ਅਜੀਤ ਸਿੰਘ ਜੀ ਨੇ ਉੱਥੋਂ ਜਾ ਕੇ ਉਹਨਾਂ ਦੀ ਜ਼ਖਮੀ ਹਾਲਤ ਨੂੰ ਦੇਹ ਨੂੰ ਜਿਹੜਾ ਸੀ ਉਹ ਚੁੱਕ ਕੇ ਤੇ ਕੋਟਲਾ ਨਿਹੰਗ ਖਾਂ ਦੇ ਘਰ ਲੈ ਕੇ ਆਉਂਦਾ। ਹੁਣ ਜਿਹੜਾ ਸਤਿਗੁਰੂ ਜੀ ਨੇ ਸੱਤ ਦੀ ਰਾਤ ਜਿਹੜੀ ਸੀ ਇਸ ਸਥਾਨ ਤੋਂ ਨਿਕਲੇ, ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਇੱਥੇ ਹੀ ਪੈ ਰੁਕੇ ਨੇ, ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਨਹੀਂ ਸਮਰੱਥਾ ਨਹੀਂ ਕਿ ਉਹਨਾਂ ਨੂੰ ਲੈ ਕੇ ਜਾਇਆ ਜਾ ਸਕਦਾ। ਸੋ ਕੋਟਲਾ ਨਿਹੰਗ ਖਾਂ ਦੇ ਘਰ ਹੀ ਜਿਹੜਾ ਸੀ ਭਾਈ ਬਚਿੱਤਰ ਸਿੰਘ ਜੀ ਨੂੰ ਰੋਕਿਆ ਗਿਆ। ਹੁਣ ਉਸ ਦਾ ਜਿਹੜਾ ਨਿਹੰਗ ਖਾਂ ਦਾ ਪੁੱਤਰ ਹੈ ਆਲਮ, ਆਲਮ ਜਿਹੜਾ ਹੈ ਉਹ ਆਲਮ ਖਾਂ ਸਤਿਗੁਰੂ ਜੀ ਨੂੰ ਲੈ ਕੇ ਜਿਹੜਾ ਸੀ ਨਿਕਲਦਾ ਹੈ, ਕਿਉਂਕਿ ਰਸਤੇ ਨੂੰ ਉਸ ਇਲਾਕੇ ਦਾ ਜ਼ਿਆਦਾ ਪਤਾ ਹੈ, ਕਿਉਂਕਿ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਪਹੁੰਚਣਾ ਹੈ। ਸ਼ਾਮ ਵੇਲੇ ਸਤਿਗੁਰੂ ਜੀ ਉਸ ਸਥਾਨ ਤੋਂ ਨਿਕਲੇ ਤੇ ਸੱਤ ਦੀ ਜਿਹੜੀ ਰਾਤ ਹੈ ਉਹ ਚਮਕੌਰ ਦੀ ਗੜੀ ਦੇ ਵਿੱਚ ਜਿਹੜੀ ਭਾਈ ਬੁੱਧੀ ਚੰਦ ਦੀ ਹਵੇਲੀ ਸੀ ਉੱਥੇ ਜਾ ਕੇ, ਭਾਈ ਬੁੱਧੀ ਚੰਦ ਦੀ ਹਵੇਲੀ ਸੀ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਸੀ ਟਿਕਾਣਾ ਕੀਤਾ। ਇੱਧਰ ਹੁਣ ਦੂਜਾ ਪੱਖ ਦੇਖੋ ਕੀ ਹੈ ਕਿ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਹੈ। ਇੱਧਰ ਜਾਫਰ ਬੇਗ ਆਪਣੀ ਫੌਜ ਲੈ ਕੇ ਜਿਹੜਾ ਹੈ ਉਹਨੂੰ ਸੂਹ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਨੇ, ਸਿੰਘ ਲੁਕੇ ਹੋਏ ਨੇ। ਜਾਫਰ ਖਾਨ ਆਪਣੀ ਫੌਜ ਲੈ ਕੇ ਤੇ ਇਸ ਇਲਾਕੇ ਦੇ ਵਿੱਚ ਪਹੁੰਚਦਾ ਹੈ। ਜਦੋਂ ਇਹ ਪਹੁੰਚਦਾ ਹੈ ਤੇ ਉਹਨੂੰ ਕੋਈ ਸਿੰਘ ਨਜ਼ਰ ਨਹੀਂ ਆਉਂਦਾ, ਪਰ ਹਾਂ ਇਸ ਹਵੇਲੀ ਦੀ ਕੋਠੜੀ ਦੇ ਵਿੱਚ ਬੀਬੀ ਮੁਮਤਾਜ਼ ਜਿਹੜੀ ਕੋਟਲਾ ਨਿਹੰਗ ਖਾਂ ਦੀ ਪੁੱਤਰੀ ਹੈ ਉਹ ਭਾਈ ਬਚਿੱਤਰ ਸਿੰਘ ਦੀ ਜਿਹੜੀ ਹੈ ਮਰਮ ਪੱਟੀ ਕਰ ਰਹੀ ਹੈ। ਇਹ ਤਾਂ ਬੰਦ ਦਰਵਾਜ਼ਾ ਤੇ ਕੋਟਲਾ ਨਿਹੰਗ ਖਾਂ ਕਹਿੰਦਾ ਹੈ ਤੁਸੀਂ ਕਹਿੰਦੇ ਹੋ ਕਿ ਮੇਰੇ ਇਸ ਘਰ ਦੀ ਤਲਾਸ਼ੀ ਲੈ ਸਕਦੇ ਹੋ। ਬਾਬਾ ਜੀ ਨੂੰ ਕਹਿੰਦਾ, ਸਿਪਾਹੀਆਂ ਨੂੰ ਕਹਿੰਦਾ ਤੁਸੀਂ ਲੈ ਲਓ। ਜਦੋਂ ਲਿਆ ਤੇ ਇਸ ਦਰਵਾਜ਼ੇ ਦੇ ਇਸ ਘਰ ਦੀ ਇਸ ਕੋਠੜੀ ਦੇ ਵਿੱਚ ਆਖਦੇ ਇਹਦੇ ਵਿੱਚ ਕੌਣ ਹੈ ਤੇ ਕੋਟਲਾ ਨਿਹੰਗ ਖਾਂ ਕਹਿੰਦਾ ਹੈ ਕਿ ਇਸ ਘਰ ਦੇ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਹੈ। ਹੁਣ ਦੇਖੋ ਇੱਕ ਮੁਸਲਮਾਨ ਗੁਰੂ ਘਰ ਦਾ ਸ਼ਰਧਾਲੂ ਉਸ ਭਾਈ ਬਚਿੱਤਰ ਸਿੰਘ ਨੂੰ ਬਚਾਉਣ ਦੀ ਖਾਤਰ ਆਖਦਾ ਹੈ ਕਿ ਮੇਰੀ ਧੀ ਤੇ ਮੇਰਾ ਜਵਾਈ ਹੈ। ਸੋ ਉਹ ਜਾਫਰ ਬੇਗ ਕਿਉਂਕਿ ਇਸਲਾਮ ਧਰਮ ਦੇ ਵਿੱਚ ਜਿਹੜਾ ਹੈ
इस चीज़ की इजाज़त नहीं दी जाती कि जिथे दो जी इकट्ठे होण धर्म पत्नी ते पति ते उस स्थान के उत्ते पहुंचण दी। सो उन्हां ने जिहड़ा सी उत्थे तलाशी ले गई ते वापस मुड़ गए। ये बोल मुमताज के कन्नी पै गए। हुण जदों आपां इतिहास की थोड़ी जी गल नूं इदां भी विचारदे हां, ये बीबी मुमताज जिहड़ी है इन्हें अपनी जिंदगी का जिहड़ा है 131 साल गुजारे। 131 साल इन्हां दी उम्र रही है। 131 साल जिन्हां ने जिहड़ा गुजार के जिथे 100 साल जिन्हां ने पहला अपने जिहड़े ने वो उस स्थान के उत्ते गुजारे ने जिथे कोटला निहंग खां जिथे इन्हां दा जन्म होया ते बाकी दे रहंदे 31 साल जिहड़े ने इन्हां ने पिछली उम्र दे वो नूरनपुर के झांडिया पिंड दे विच जिहड़ा इन्हां दा इलाका सी उत्थे गुजारे। हुण जदों हवेली दी कोठरी दे विच बीबी मुमताज जी ने लहू लुहान होए जख्मी हालत च बाबा बचित्तर सिंह दी मलहम पट्टी कीती ते गुरु साहब दे जाण तो बाद किसे दी मुखबरी तो उस वक्त गड़ी दी तलाशी होई ते ये जिस समय मिले नहीं ना ते उस तो बाद जिहड़ा सी मुमताज दे कन्नी ये गल पै गई कि मेरे पिता ने ये गल कही है। उस मुमताज ने जिहड़ा सी इन्हां दी उस भाई बचित्तर सिंह दी सेवा करदियां होया जिस समय उन्हां ने अपने भाई बचित्तर सिंह दी दे बारे ये गल सुनी ते उन्हां ने अपना सिर जिहड़ा बीबी मुमताज ने भाई बचित्तर सिंह दे पैरां दे विच रख दित्ता ते ओनू अपना खावंद मान लिया, पति मान लिया। हुण जिस समय बीबी मुमताज की ये बस्ती पठाना दे विच मंगी होई पहला ही सी, जिस समय इन्हां दे परिवार ने जदों बीबी मुमताज दी विआह दे लई शादी दी गल कीती ते इस उस तो बाद जिहड़ा सी इस बीबी ने मना कर दिता कि तुसीं जिहड़ा है मेरा निकाह मेरे पति को तुसीं पहला ही चुन लिया है, इस करके मैं हुण विआह नहीं कीती। इतिहास कहता जदों तक बीबी जिंदी रही एक बाबा भाई बचित्तर सिंह ही अपना खावंद अपना पति मान के जिंदी रही। इतिहास के कुछ बोल उन्होंने परिवार के दसन मुताबिक ये भी है कि बीबी मुमताज बहुत घट बोलती थी, बहुत घट बोलना ते जदों भी बोलना कहने लगे इन्हां दे मुंह दे वचन पूरे होते सन। बहुत घट बोलना ते जदों भी इन्हां ने बोलना ते बोलना ए भाणे दा खावंद गुरु गोबिंद सिंह, वाह वाह गुरु गोबिंद सिंह, हरदा करता गुरु गोबिंद सिंह। कहने लगे यही इन्हां दे मुंह दे विचों बोल बोले ते पूरी उम्र इन्हां ने जिन्नी गुजारी आपने ने गोबिंद गोबिंद कह के इन्हां ने गुजार दी। ये वो बीबी मुमताज है, बाकमाल उन्हां दा इतिहास है। आपां भावें होर चीज़ां नूं ते आपां नूं याद ने पर ये भी कुछ नुकते ने जिहड़े इतिहास दे विच लुके होए ने जिन्हां नूं सानूं विचारना पएगा। कुछ ऐसियां घटनावां जिहड़ियां ने वो होईयां ने वापरियां ने। सो ये जिहड़ा सी बीबी मुमताज ने जिहड़ा सी अपना सारा समा जिहड़ा सी 131 साल जिहड़े सी वो गुरु गोबिंद सिंह जी ते भाई बचित्तर सिंह को अपना खावंद मान के जिहड़ा सी वो गुजार दित्ते। हुण जिस समय इन्हां दे इलाके दे विच इन्हां नूं फुफी निहंग वाली कोटला निहंग वाली भी कह के जिहड़ा इन्हां नूं याद कीता जांदा है अज भी। पर साडी कौम दे विच देखो कुछ स्थान सांभण वाले सन, अज भी उन्हां दी हवेली कोटला निहंग खां दी अज भी हवेली मौजूद है। पर इन्नी खस्ता हालत दे विच साडी श्रोमणी कमेटी जिहड़ी शरमौर है उन्हें इस बार ध्यान नहीं दिता, उन्हें साडे इतिहास दे इन्हां चीज़ां नूं संभाल के नहीं रखिया। सो सानूं इस बार भी थोड़ा जिहा लोड़ जिहड़ा है वो कौम नूं होना चाहिदा है कि अपणियां इन्हां जिहड़ियां विरासतां ने उन्हां दी संभाल कीती जावे। काफ़ी समा भाई टोडरमल दी हवेली भावें थोड़े सालां तो जिहड़ा है 2 सालां तो उनकी संभाल होनी शुरू हुई है, वो भी कौम ने जो प्रैशर पाया है ते तां जाके उस बारे भी थोड़ा जिहा उन्होंने संभाल करना शुरू होया। साडियां कच्ची गड़ियां वो हवेली चमकौर दी उन्हों ढा दिता है उन पत्थर पर। सानू जे कोई आम साडी आउण वाली नौजवान पीढ़ी आखेगी कि तुसीं ते कच्ची गली की गल करदे हो, इत्थे तां पत्थर लगे हुए ने,
फिर साढ़े को जवाब कोई नहीं होएगा, क्योंकि असीं कौम दीआं उन्हां निशानियां नूं सांभिया नहीं है। सो सतगुरु सच्चे पातशाह जी दे जिथे ये जथा 7 तरीक नूं जिहड़ा सी वो चमकौर दी गली पहुंचिया, उधर दूजे पक्ष भाई मणि सिंह, बीबी माता साहिब देवा, माता साहिब कौर जी, ये जिहड़ा सी दिल्ली वालों रवाना होए। तीजा जथा जिहड़ा सी माता गुजर कौर जी ते छोटे साहिबजादे बाबा जोरावर सिंह ते बाबा फतेह सिंह जिहड़ा सी इन्हां दी 7 तरीक दी जिहड़ी रात है वो पिंड सहेली विखे जिहड़ा है इन्हां ने उन्हें माशकी दे घर जिहड़ा सी वो गुजारी सी, उस स्थान दे उत्ते जिहड़ा सी इन्हां ने ठिकाना कीता। अगला इतिहास किवें चमकौर दे जिले विच वो दिन अगले गुजरे ने ते दूजे पक्ष दे उत्ते साहिबजादे छोटे किवें उन्हां दे पड़ा जिहड़ा है उन्हां दा इतिहास जिहड़ा है आपां कल दे दीवाना तो फिर आरंभ करांगे। अज दी विचारा करते हैं, इतिहास का पक्ष पेश करते हैं। हुईयां बेअंत गुनाह दी माफी बख्शिश करनी, सतगुर कृपा बख्शिश कर सानू अपने पाए हुए बुजुर्गों के पूरने उपर चलने की जाच आ सकी। सच हक दा आवाज दा बुलंद नारा दईए, सतगुर के दसे हुए मार्ग पर चल के अपने जीवन के कर सके रूप सुखिए परलोक सुहेले। नानक हर प्रभाते मिले को जोदी की मां फतेह प्रवान करो जी। वाहिगुरू जी का खालसा।